चंडीगढ़ नगर निगम की मंगलवार को बैठक थी जिसमें अनुमानित बजट पर चर्चा हुई और चर्चा में खूब हंगामा भी हुआ। हंगामे के बीच 1725 करोड़ का बजट पास हो गया। बजट को लेकर सभी पार्षदों ने कई सवाल उठाए, जिसमें 3 गुना जो पानी के रेट बढ़ाए गए थे, क्या वे मार्च के बाद फिर से बढ़ेंगे? इसको लेकर खूब हंगामा भी हुआ, जिसके बाद मेयर ने आश्वासन दिया कि शहर में ना तो कोई अतिरिक्त टैक्स लगाया जाएगा और ना ही पानी के रेट बढ़ेंगे। इसको लेकर उन्हें कुछ भी करना हुआ वे करेगी, चाहे उन्हें गवर्नर के पास भी जाना पड़े। 25.19 करोड़ का बजट पास किया गया है। उहदे च कुल आमदनी खर्च 2021 तो 22 तो लेके 985.18 करोड़ रुपए है ते कुल तजवीज़ा आमदनी खर्च 2022 तो 1323.77 करोड़ है ते रिवाइज्ड एस्टीमेट साडा 1155.61 करोड़ है ते बजट एस्टीमेट साडा 1725.19 करोड़ रुपए है। ਤੇ ਇਹਦੇ ਵਿੱਚ ਬਜਟ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਵਿੱਚ ਕਈ ਨਵੇਂ ਪਿੰਡ ਵੀ ਸ਼ਾਮਲ ਹੋਏ ਜੀ। ਪਿੰਡ ਨਾਲ ਸਾਡੇ ਰਲੇ ਨੇ ਤੇ ਮੇਰੀ ਇਹੀ ਕੋਸ਼ਿਸ਼ ਰਹੇਗੀ ਅਸੀਂ ਪਿੰਡਾਂ ਨੂੰ ਸ਼ਹਿਰ ਵਾਂਗ ਵਧੀਆ ਬਣਾ ਸਕੇ ਤੇ ਉਹਦੇ ਲਈ ਜੋ ਉਹਨਾਂ ਦੀ ਫਸਟ ਪ੍ਰਾਇੋਰਟੀ ਰਿਕੁਆਇਰਮੈਂਟ ਹੋਏਗੀ ਡਿਵੈਲਪਮੈਂਟ ਲਈ ਅਸੀਂ ਉਹਨਾਂ ਨੂੰ ਫੰਡ ਦੇਵਾਂਗੇ। ਐਵੇਂ ਦੀ ਕੋਈ ਗੱਲ ਨਹੀਂ ਹੈ। ਜਿਵੇਂ ਜਿਵੇਂ ਦੇਖੋ ਅੱਜ ਉਹਨਾਂ ਦੀ ਰਿਕੁਆਇਰਮੈਂਟ ਅੱਗੇ ਮੀਟਿੰਗਸ ਹੋਣਗੀਆਂ, ਜੋ ਏਜੰਡਾ ਉਹ ਲੈ ਕੇ ਆਣਗੇ ਡਿਵੈਲਪਮੈਂਟ ਲਈ। ਅਸੀਂ ਅੱਜ ਵੀ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਮੈਂ ਪਹਿਲਾਂ ਵੀ ਉਹਨਾਂ ਨਾਲ ਸੀਗੀ, ਕਦੇ ਮੈਂ ਪਾਰਟੀ ਲੈਵਲ ਦੀ ਗੱਲ ਕੀਤੀ ਨਹੀਂ ਹੈਗੀ ਕਿ ਅਸੀਂ ਐਜ਼ ਏ ਹਾਊਸ ਅਗਰ ਐਂਟਰੀ ਕਰਤੀ ਹੈ ਤੇ ਅਸੀਂ ਸਾਰੇ ਮਿਲ ਕੇ ਚੰਡੀਗੜ੍ਹ ਤੇ ਪਿੰਡਾਂ ਦਾ ਡਿਵੈਲਪਮੈਂਟ ਕਰਨੀ ਹੈ। ਮੈਂ ਇੱਕ ਹੋਰ ਕਹੇਗੀ ਕਿ ਚੰਡੀਗੜ੍ਹ ਵਾਸੀਆਂ ਤੇ ਜ਼ਿਆਦਾ ਬਰਡਨ ਨਾ ਪਵੇ। ਇਹਦੇ ਲਈ ਮੈਨੂੰ ਅਗਰ ਗਵਰਨੈਂਸ ਆ ਜਾਂ ਦਿੱਲੀ ਕਿਤੇ ਵੀ ਗੱਲ ਕਰਨੀ ਪਈ, ਮੇਰੀ ਇਹੀ ਰਹੇਗੀ ਕਿ ਅਸੀਂ ਬਿਜਲੀ ਪਾਣੀ ਦੇ ਬਿੱਲ ਹੈ ਉਹ नहीं बढ़न देवांगे। कांग्रेस के पार्षद गुरप्रीत गाबी ने गौशाला का मुद्दा उठाया। उन्होंने कहा कि इंडस्ट्रियल एरिया में गौशाला की बुरी हालत है। नगर निगम लगातार काउ सेस की वसूली लोगों से करता आया है, लेकिन उस गौशाला की नुहार अभी तक नहीं बदली। इसके अलावा उन्होंने पानी के रेट का भी मुद्दा उठाया कि मेयर सदन को आश्वासन दे कि पानी के रेट नहीं बढ़ेंगे। ਮੇਅਰ ਸਾਹਿਬਾ ਬਜਟ ਤੋਂ ਵਾਕਫ ਨਹੀਂ ਸਨ ਕਿ ਬਜਟ ਵਿੱਚ ਕੀ ਚੀਜ਼ਾਂ ਹੈਗੀਆਂ। ਅਸੀਂ ਕਈ ਚੀਜ਼ਾਂ ਰੱਖੀਆਂ, ਜਿਵੇਂ ਅਸੀਂ ਰੱਖਿਆ ਸਭ ਤੋਂ ਪਹਿਲੇ ਕਿ ਵੀ ਅਸੀਂ ਗਊ ਮਾਤਾ ਨੂੰ ਸਾਰੇ ਪੂਜਦੇ ਹਾਂ, ਅਸੀਂ ਗਊਸ਼ਾਲਾ ਬਣਾ ਰਹੇ ਹਾਂ ਔਰ ਤੁਸੀਂ ਉਹਦੇ ਵਿੱਚ ਅਸੀਂ ਕਾਉਸੈਸ ਦਿੰਦੇ ਹਾਂ ਔਰ ਤੁਸੀਂ ਉਸ ਪ੍ਰਾਵਧਾਨ ਰੱਖਿਆ 18 ਕਰੋੜ ਦਾ ਗਊਸ਼ਾਲਾ ਦੇ ਨਾਮ ਤੇ ਜਿਹੜੀ ਇੰਡਸਟਰੀ ਦੀ ਗਊਸ਼ਾਲਾ ਦਾ ਇੰਨਾ ਮਾੜਾ ਹਾਲ ਉਹਨਾਂ ਨੂੰ ਪਤਾ ਹੀ ਨਹੀਂ। ਸੋ ਕਹਿੰਦੀ ਨਹੀਂ ਜੀ ਇਹਦਾ ਬਜਟ ਨਾਲ ਕੋਈ ਲੈਣ ਦੇਣ ਨਹੀਂ। ਉਹਨੂੰ ਕਰੈਕਟ ਕੀਤਾ ਕਿ ਮੈਡਮ ਸਾਹਿਬਾ ਤੁਹਾਡੀ ਨੇਕ ਨੀਤੀ ਹੋ ਸਕਦੀ ਹੈ, ਲੇਕਿਨ ਇਹਦੇ ਵਿੱਚ ਪ੍ਰਾਵਧਾਨ ਹੈਗਾ ਤੁਹਾਨੂੰ ਪਤਾ ਨਹੀਂ ਹੈ, ਉਹਦੇ ਉੱਤੇ ਗੱਲ ਕਰ ਰਹੇ ਹਾਂ। ਸੈਕੰਡਲੀ ਇਹਨਾਂ ਨੇ ਸਵਾਲ ਰੱਖਿਆ 2022-23 ਦੇ ਵਿੱਚ ਕਿ ਅਸੀਂ 156 ਕਰੋੜ ਰੁਪਇਆ ਸੀਵਰੇਜ ਸੈਸ ਔਰ ਵਾਟਰ ਤੋਂ ਇਕੱਠਾ ਕਰਾਂਗੇ। ਪਿਛਲੀ ਵਾਰ ਜੋ 2021-22 ਸੀ ਉਸ 'ਚ ਇਹਨਾਂ 150 ਦਾ ਟੀਚਾ ਰੱਖਿਆ ਸੀ, ਉਸ 'ਚ ਇਹਨਾਂ ਨੇ 3 ਗੁਣਾ ਜਿਹੜੇ ਹੈ ਉਹ ਰੇਟ ਵਧਾ ਦਿੱਤੇ ਸੀ ਪਾਣੀ ਦੇ। ਠੀਕ ਹੈ ਜੀ, ਉਹਦੇ ਨਾਲ ਹੀ ਜੋ ਪਾਣੀ ਦੇ ਰੇਟ ਵਧੇ ਉਹਦਾ ਸੀਵਰੇਜ ਸੈਸ ਵੀ ਵੱਧ ਜਾਂਦਾ ਤੇ ਉਹ ਲੋਕਾਂ ਦੇ ਉੱਤੇ ਬਹੁਤ ਵੱਡਾ ਬੋਝ ਪਿਆ ਸੀ। ਐਤਕੀ ਮੈਂ ਇਹਨਾਂ ਨੂੰ ਪੁੱਛਿਆ ਜੀ ਤੁਸੀਂ 156 ਕਰੋੜ ਜਿਹੜਾ ਲਾਇਆ ਹੈ ਤੁਸੀਂ ਇਕੱਠਾ ਕਿੱਦਾਂ ਕਰਨਾ ਹੈ, ਤਾਂ ਤੁਸੀਂ ਦੇਖ ਰਹੇ ਹੋਗੇ ਕਿ ਸਾਰਾ ਹਾਊਸ 15 ਮਿੰਟ ਵਾਸਤੇ ਸ਼ਾਂਤ ਹੋ ਗਿਆ। ਨਾ ਮੈਡਮ ਮੇਅਰ ਸਾਹਿਬਾਂ ਨੂੰ, ਕਮਿਸ਼ਨਰ ਜੀ ਨੂੰ, ਨਾ ਇਹਨਾਂ ਦੇ ਡਿਪਟੀ ਸਾਹਿਬ ਨੂੰ ਤੇ ਨਾ ਸੈਕਟਰੀ ਸਾਹਿਬ ਨੂੰ ਉਸ ਗੱਲ ਦੇ ਉੱਤੇ ਜਵਾਬ ਨਹੀਂ ਸੀ ਆ ਰਿਹਾ। ਫਿਰ ਜੋਸ਼ੀ ਜੀ ਨੇ ਗੱਲ ਦੀ ਕੜੀ ਬਣਾਉਣ ਵਾਸਤੇ, ਉਹਨੂੰ ਘੁਮਾਉਣ ਵਾਸਤੇ ਗੱਲ ਹੋਰ ਪਾਸੇ ਸ਼ੁਰੂ ਕੀਤੀ, ਲੇਕਿਨ ਉਹਨੂੰ ਫਿਰ ਅਸੀਂ ਫੜਿਆ। ਜਿਹੜਾ ਬਜਟ ਹੈ ਇਹਦੇ ਬਜਟ ਵਿੱਚ ਆਮ ਲੋਕਾਂ ਤੇ ਕਿੰਨਾ ਕੁ ਬੋਝ ਪਏਗਾ? ਅਗਰ ਕਿਆ ਲੱਗਦਾ ਕਿ ਪਾਣੀ ਦੇ ਟੈਕਸ ਵਧਾਏ ਜਾਣਗੇ? ਦੇਖੋ ਜੀ, ਜੇ ਇਹਦਾ ਪਾਣੀ ਦੇ ਟੈਕਸ ਵਧਣਗੇ, ਜੇ 156 ਕਰੋੜ ਨੂੰ ਟਾਰਗੇਟ ਕਰਨਗੇ ਤਾਂ ਪਾਣੀ ਦਾ ਇਹਦਾ ਮਤਲਬ ਇਹਨਾਂ ਦੇ ਮਨ 'ਚ ਹੈ ਕਿ ਅਸੀਂ ਪਾਣੀ ਦੇ ਬਿੱਲ ਦੁਬਾਰਾ ਵਧਾਈਏ। ਅਗਰ ਪਾਣੀ ਦਾ ਬਿੱਲ ਵਧਣ ਦਾ ਮਤਲਬ ਹੁੰਦਾ ਤੁਹਾਡਾ ਸੀਵਰੇਜ ਸੈਸ ਵੀ ਵਧਣਾ, ਤੇ ਉਹ ਲੋਕਾਂ ਦੇ ਉੱਤੇ ਬੋਝ ਪਏਗਾ ਹੀ ਪਏਗਾ। ਇਹ ਲੋਕ ਉਹੀ ਅਸੀਂ ਹਮੇਸ਼ਾ ਕਹਿੰਦੇ ਇਹਨਾਂ ਦੀ ਕਰਨੀ ਔਰ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ। ਇਹ ਲੋਕਾਂ ਨੂੰ ਵੋਟਾਂ ਦੇ ਟਾਈਮ ਬਹੁਤ ਕੁਝ ਕਹਿੰਦੇ ਆ, ਜਦੋਂ ਵੋਟਾਂ ਚੱਲਦੀਆਂ ਉਦੋਂ ਗਊ ਮਾਤਾ ਹੁੰਦੀ ਹੈ ਤੇ ਜਿੱਦਾਂ ਹੀ ਵੋਟਾਂ ਖਤਮ ਹੁੰਦੀਆਂ ਗਊਸ਼ਾਲਾ ਦੇ ਵਿੱਚ ਗਊ ਮਾਤਾ ਸੜ ਰਹੀ ਹੈ, ਲੇਕਿਨ ਇਹ ਲੋਕ ਦੀ ਦੇਖ ਰੇਖ नहीं करते। ਇਹਨਾਂ ਦੀ ਕਰਨੀ ਔਰ ਕਥਨੀ 'ਚ ਫਰਕ ਹੈ, ਲੋਕੀ ਜਾਣ ਚੁੱਕੇ ਆ पहले। इसके अलावा बजट में गांव की अनदेखी का मुद्दा श्रोमणी अकाली दल के पार्षद हरदीप सिंह ने उठाया। उन्होंने कहा कि ये बजट काफी निराशाजनक है, जिसमें गांव के विकास की कोई चर्चा नहीं की गई। गांव को नगर निगम में शामिल तो कर लिया गया, लेकिन कामों का विकास कैसे होगा, इस पर बजट में कुछ भी नहीं है। हरदीप जी, आज बजट पास हुआ है तो आप क्या कहेंगे? आपने गाँव का मुद्दा बहुत उठाया था, क्या कहेंगे? मैं कहना चाहता कि मैं अज जो पिंडा की गल कर रहा जी, पेज नंबर 47 ਦੇ इन्होंने लिखा होया ਜਿਹੜੇ नगर निगम के अंदर पिंड ਪਹਿਲਾਂ ਤੋਂ ਨੇ 9 ਪਿੰਡ, ਉਹਨਾਂ ਬਾਰੇ ਲਿਖਿਆ ਸੀਗਾ ਕਿ ਉਹਨਾਂ ਦੇ ਸਾਰੇ ਕੰਮ ਜਿਹੜੇ ਕੰਪਲੀਟ ਹੋ ਗਏ ਨੇ। ਮੈਂ ਪੁੱਛਿਆ ਉੱਥੇ ਦੇ ਮੇਰੇ ਸਾਥੀ ਜਿਹੜੇ ਕਾਉਂਸਲਰ ਸਾਹਿਬਾਨ ਸੀਗੇ ਉਹਨਾਂ ਪਿੰਡਾਂ ਦੇ, ਹੱਲੋ ਮਾਜਰੇ ਵਾਲਿਆਂ ਨੂੰ, ਕਜੇੜੀ ਵਾਲਿਆਂ ਨੂੰ, ਪਲਸੌਰੇ ਵਾਲਿਆਂ ਨੂੰ, ਕੀ ਉੱਥੇ ਕੰਮ ਹੋ ਚੁੱਕਿਆ ਹੈ ਪੂਰਾ? ਹਾਲਾਤ ਦੇਖੋ ਜਾ ਕੇ ਬਦ ਤੋਂ ਬੱਤਰ ਨੇ ਪਿੰਡਾਂ ਦੇ ਹਾਲਾਤਾਂ ਬਾਰੇ ਕੋਈ ਨਹੀਂ ਸੋਚ ਰਿਹਾ। ਮੈਨੂੰ ਤਾਂ ਉਮੀਦ ਸੀ ਕਿ ਇਹ ਪਿੰਡਾਂ ਤੋਂ ਮੇਅਰ ਆਈ ਹੈ ਕਿ ਪਿੰਡਾਂ ਦੇ ਬਾਰੇ ਕੁਝ ਸਪੈਸ਼ਲ ਹੋਏਗਾ,
ਮਗਰ ਕੁਝ ਵੀ ਇਹਦੇ ਵਿੱਚ ਨਹੀਂ ਸੀਗਾ। ਅੱਛਾ 13 ਹੋਰ ਪਿੰਡ ਜਿਹੜੇ ਸ਼ਾਮਿਲ ਕੀਤੇ ਗਏ ਨੇ ਐਮਸੀ ਦੇ ਵਿੱਚ, ਉਹਨਾਂ ਦੀ ਵੀ ਹਾਲਤ ਬਹੁਤ ਖਰਾਬ ਹੈ। ਉਹਨਾਂ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਨਾ। ਉਹਨਾਂ ਵਾਸਤੇ ਵੀ ਕੋਈ ਬਜਟ ਦੇ ਵਿੱਚ ਕੋਈ ਕਮਿਊਨਿਟੀ ਸੈਂਟਰ ਦਾ ਪ੍ਰੋਵੀਜ਼ਨ, ਅਗਰ ਤੁਸੀਂ ਹੁਣ ਨਿਗਮ ਦੇ ਵਿੱਚ ਲੈ ਹੀ ਆਏ ਪਿੰਡ, ਤਾਂ ਉਹਨਾਂ ਵਾਸਤੇ ਕਮਿਊਨਿਟੀ ਸੈਂਟਰ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਸੀਗਾ। ਉਹਨਾਂ ਵਾਸਤੇ ਗ੍ਰੀਨ ਬੈਲਟਸ ਹੋਣੀਆਂ ਚਾਹੀਦੀਆਂ ਸੀਗੀਆਂ। ਇਹ ਕੁਝ ਵੀ ਇਸ ਬਜਟ ਦੇ ਵਿੱਚ ਨਹੀਂ ਲਿਆ ਗਿਆ। ਇਹ ਬਿਲਕੁਲ ਹੀ ਜਿਹੜਾ ਹੈਗਾ ਪਿੰਡਾਂ ਦੇ ਹੱਕ ਦਾ ਬਜਟ ਨਹੀਂ ਹੈ। ਇਸੇ ਕਰਕੇ ਮੈਂ ਆਵਾਜ਼ ਚੱਕੀ ਸੀ ਕਿ ਮੈਨੂੰ ਦੁੱਖ ਹੈ ਕਿ ਤੁਸੀਂ ਪਿੰਡਾਂ ਦੇ ਸੁਧਾਰ ਦੀ ਇਹਦੇ ਵਿੱਚ ਗੱਲ ਨਹੀਂ ਰੱਖੀ। वहीं हरप्रीत कौर बबला ने प्राइमरी हेल्थ एजुकेशन और सेक्टर 27 व 28 में बंदरों के आतंक का मुद्दा सदन में उठाया। उन्होंने कहा कि इन दोनों मुद्दों पर भी बजट रखा जाना चाहिए, क्योंकि ये दोनों मुद्दे जनता से सीधे जुड़े हुए हैं। सबसे ज्यादा बड़ा मुद्दा है कि उनके एरिया में बंदरों का आतंक मचा है, लेकिन इसको लेकर कभी भी नगर निगम और प्रशासन ने कोई कार्य नहीं किया, जिस पर कार्य होना चाहिए। लोग अब बंदरों से तंग आ चुके हैं। मैम आज बजट पेश हुआ एमसी में, आपने 2 इश्यूज बहुत अच्छे उठाए हैं। 27-28 में मंकी मेनेस की बहुत प्रॉब्लम है, बबला जी भी अपनी तरफ से ट्राई कर रहे थे, और दूसरा आपने प्राइमरी हेल्थ एजुकेशन को उठाया है, क्या कहेंगे? जी मैं कहना चाहती हूँ कि मंकी मेनेस मेरे ख्याल से सिर्फ सेक्टर 27-28 की ही प्रॉब्लम नहीं है, ये पूरे शहर की प्रॉब्लम है। और अब तो इतना बढ़ चुका है कि जो पार्क्स हम एक तरफ कह रहे हैं कि हम बहुत सुंदर सुंदर पार्क्स बना रहे हैं बच्चों के खेलने के लिए, बुजुर्गों के सैर करने के लिए, पर मैं ये बताना चाहती हूँ कि दोनों जने ये जो फैसिलिटी है इसको अवेल नहीं कर पा रहे। रीज़न भी क्योंकि इतना ज़्यादा मंकी मेनेस फैल चुका है कि अभी पिछले हफ्ते 2-3 बच्चों को मंकी से सेक्टर 28 में काटा है। तो मैंने अपील की फॉरेस्ट डिपार्टमेंट से, वो लोग आए अपने पिंजरे लेके, पर वो एक बहुत टेम्परेरी सा तरीका है। मुझे लगता है कि हमें वहाँ पे कुछ महीनों के लिए ऐसे बंदे छोड़ने पड़ेंगे जो कि लंगूर की आवाज़ निकालते हैं, क्योंकि मैंने देखा कि पिछले 2-3 सालों से मैं और बबला जी अपनी पॉकेट से खर्च कर रहे हैं और हम इन लोगों को हायर करते हैं लंगूर भगाने के लिए। पर मैंने देखा कि कुछ भी एडमिनिस्ट्रेशन या म्यूनसिपल कॉर्पोरेशन की तरफ से या फॉरेस्ट की कोई ऐसा स्टेप नहीं उठाया जा रहा जो कि एक परमानेंट इलाज कर पाए। तो इसके लिए कोई पॉलिसीज बननी चाहिए, उनका उपाय क्या है? कि इसकी पॉलिसी बननी चाहिए, कोई फंड रिलीज होना चाहिए जहाँ पे एटलीस्ट कम से कम 2 लोग हायर किए जाएं जो कि अपने वार्ड में कम से कम एक एक्सरसाइज का एक सिस्टम बनाना चाहिए, ताकि 3 महीने जैसे वो लोग आते हैं या ऑल्टरनेट डेज पे ही आएँ, पर उनकी पेमेंट होनी चाहिए फ्रॉम द एमसी हेड, ताकि उनका एक तरह हम बात करते हैं जी हमारे पार्क्स इतने सुंदर हैं, हम इनको यूटिलाइज करें। तो मेरे को लग रहा है कि नॉट ओनली पार्क्स, लोगों का पर्सनल नुकसान बहुत होता है। घरों के अंदर आके फ्रिज खोलते हैं, खाना जूठा करते हैं, एंड रेबीज़ की बीमारी आपको पता है मंकीज़ की कितनी ज़्यादा स्प्रेड हो सकती है। तो मेरे हिसाब से एक बहुत ही अहम मुद्दा है जिसको हम हाईलाइट नहीं करते, पर मुझे लगा कि आज बजट इशू है तो इसमें एक प्रावधान जरूर किया जाए जिसपे हम मंकी मेनेस, जो कि एक शहर के लिए बहुत बड़ा चैलेंज बन चुका है। और दूसरा आपने बात की डिस्पेंसरीज और प्राइमरी हेल्थ की। देखिए जी, हम लोगों को काबिल तारीफ़ है जो डिस्पेंसरीज ने पिछले 3 सालों से काम किया है, और हम लोग सब जानते हैं कि आज चंडीगढ़ में कितनी यूनिफॉर्मिटी के साथ वैक्सीनेशन का जो प्रपोजल था वो हुआ है सीनियर सिटीजन या कुछ भी, और मतलब इतने सिस्टमेटिक तरीके से हुआ है डिस्पेंसरीज में, हम उनको तारीफ करते हैं। पर मैं चाहती हूँ कि जैसे अब कोविड है, अब सारे जो वेस्टर्न कंट्री से हमें न्यूज़ मिलती है कि ये कोविड जाने वाला नहीं है, पर हमने ये भी देखा कि दूसरी वेव के दौरान कोविड के समय पीजीआई जनरल हॉस्पिटल इतना ज़्यादा रश हो चुका था कि हम जो कि ऑर्डर जैसे कोई पेशेंट है जिसमें ज़्यादा सिम्टम्स नहीं आ रहे पर वो अपना ट्रीटमेंट कराना चाहता है, तो उसके लिए भी उसको उसी क्यू में खड़ा होना पड़ रहा था, और जिस इंसान को ऑक्सीजन और वेंटिलेटर की जरूरत थी वो भी उसी क्यू में खड़ा था। तो मैं चाहती हूँ इस बर्डन को, जो ये 16 सेक्टर और जो पीजीआई में बर्डन हो रहा है, इस बर्डन को हम किस तरीके से कम कर सकते हैं? तो इसको हम कम इस तरीके से कर सकते हैं कि अगर हम वैक्सीनेशन करते हैं तो वहाँ पे एक नॉर्मल डॉक्टर्स बैठाए जाए जो सिंपल जो कोरोना पेशेंट्स आते हैं जिनको एक फर्स्ट स्टेज या फर्स्ट लेवल पे कोई मेडिकल ट्रीटमेंट की जरूरत है, तो वहाँ पर हम उनको वहीं पे ट्रीटमेंट दे सकें, ताकि हमारा जो हॉस्पिटल्स हैं वहाँ पे हम सीरियस पेशेंट्स जिनको ट्रीटमेंट की ज़्यादा जरूरत है उनके लिए हम फैसिलिटी दे पाएँ। थैंक यू। आम आदमी पार्टी की ओर से भी लगातार विरोध किया गया और कहा गया कि बजट पर जनता पर किसी भी तरह का कोई अतिरिक्त बोझ नहीं लगना चाहिए और ना ही जनता पर कोई टैक्स लगना चाहिए। जी ਅੱਜ ਬਜਟ ਪਾਸ ਹੋ ਗਿਆ, ਤੁਸੀਂ ਬੜੇ ਬੜੇ ਮੁੱਦੇ ਚੱਕੇ ਆਪ ਪਾਰਟੀਆਂ ਦੇ ਸਾਰੇ ਨੇ, ਕੀ ਕਹੋਗੇ? ਦੇਖੋ, ਜਿਹੜਾ ਬਜਟ ਹੁੰਦਾ ਹੈ ਉਹ ਚੰਡੀਗੜ੍ਹ ਦੀ ਡਿਵੈਲਪਮੈਂਟ ਨਹੀਂ ਹੁੰਦਾ ਹੈ। ਸੋ ਕਾਫੀ ਸਾਡੇ ਕੁਐਰੀ ਸੀ ਸਾਡੀ ਪਾਰਟੀ ਵੱਲੋਂ, ਜਿਹੜੇ ਕਿ ਅੱਜ ਸਾਡੇ ਪਾਰਟੀ ਦੇ ਵੱਖ-ਵੱਖ ਨੁਮਾਇੰਦਿਆਂ ਨੇ ਮੇਅਰ ਸਾਹਿਬ ਅੱਗੇ ਰੱਖੇ
ਕਿਉਂਕਿ ਚੇਅਰ ਹੈ ਤੇ ਚੇਅਰ ਨੂੰ ਹੀ ਅਸੀਂ ਐਡਰੈਸ ਕਰਦੇ ਹਾਂ। ਸੋ ਉੱਥੋਂ ਸਾਨੂੰ ਕਲੈਰੀਫਿਕੇਸ਼ਨ ਹੋਈਆਂ ਨੇ, ਕਿਉਂਕਿ ਬਜਟ ਚੰਡੀਗੜ੍ਹ ਦੀ ਡਿਵੈਲਪਮੈਂਟ ਲਈ ਹੈ। ਔਰ ਸਭ ਤੋਂ ਵੱਡਾ ਮੇਨ ਪੁਆਇੰਟ ਜਿਹੜਾ ਅੱਜ ਕਾਂਗਰਸ ਪਾਰਟੀ ਨੇ ਵੀ ਰੱਖਿਆ ਸੀ, ਮੈਂ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ, ਮੈਂ ਇਹ ਚਾਹੁੰਦਾ ਵਾਂ ਵੀ ਅਗਰ ਉਸ ਪਾਣੀ ਦੇ ਵਿੱਚ ਪਹਿਲਾਂ ਤੁਸੀਂ 150 ਕਰੋੜ ਰੁਪਏ ਦਾ ਬਜਟ ਰੱਖਿਆ ਸੀ, ਐਤਕੀ ਤੁਸੀਂ ਵਧਾ ਕੇ ਲੈ ਕੇ ਆਏ ਹੋ, ਔਰ ਜਦ ਕਿ ਤੁਸੀਂ ਗਵਰਨਰ ਸਾਹਿਬ ਤੋਂ ਮਾਰਚ ਤੱਕ ਉਹਦਾ ਜਿਹੜਾ 3 ਗੁਣਾ ਰੇਟ ਆ ਉਹ ਰੁਕਵਾ ਚੁੱਕੇ ਹੋ, ਫਿਰ ਦੁਬਾਰਾ 156 ਕਰੋੜ ਲੈ ਕੇ ਆਏ ਹੋ। ਸੋ ਉਹ ਸਾਡਾ ਇੱਕ ਮੇਨ ਮੁੱਦਾ ਉਹ ਸੀ, ਚਾਹੇ ਕਾਂਗਰਸ ਪਾਰਟੀ ਦਾ ਸੀ ਚਾਹੇ ਸਾਡੀ ਪਾਰਟੀ ਦਾ ਸੀ, ਅਸੀਂ ਜੁਆਇੰਟਲੀ ਅਸੀਂ ਉਹਦਾ ਇੱਕ ਵਿਰੋਧ ਕੀਤਾ। ਔਰ ਮੇਅਰ ਸਾਹਿਬ ਨੇ ਸਾਨੂੰ ਉਸ 'ਚ ਵਿਸ਼ਵਾਸਨ ਵੀ ਦਿੱਤਾ ਹੈ ਕਿ ਮੈਂ ਚੰਡੀਗੜ੍ਹ ਦੀ ਜਨਤਾ ਦੇ ਉੱਤੇ ਪਾਣੀ ਦਾ ਰੇਟ ਨਹੀਂ ਵਧਣ ਦਿਆਂਗੀ, ਤੁਹਾਡੇ ਨਾਲ ਮਿਲ ਕੇ ਧਰਨਾ ਲਾਵਾਂਗੀ। ਸੋ ਇਸ 'ਤੇ ਕੋਈ ਰਾਜਨੀਤਿਕ ਨਹੀਂ ਕਰਨੀ। ਤਿੰਨਾਂ ਪਾਰਟੀਆਂ ਦਾ ਸਾਡਾ ਜੇ ਅੰਦਰ ਇਹ ਹਾਊਸ 'ਚ ਫੈਸਲਾ ਹੋ ਗਿਆ ਕਿ ਜਦੋਂ ਕਿਤੇ ਲੋੜ ਪਊਗੀ ਧਰਨਾ ਲਾਉਣ ਦੀ, ਚੰਡੀਗੜ੍ਹ ਦੀ ਜਨਤਾ ਲਈ ਅਸੀਂ ਇਕੱਠੇ ਹੋਵਾਂਗੇ। ਸੋ ਇੱਕ ਬਹੁਤ ਅੱਛੀ ਗੱਲ ਹੈ। ਔਰ ਵੱਖ-ਵੱਖ ਜਿਵੇਂ ਪਿੰਡਾਂ ਦੇ ਮੁੱਦੇ ਬਹੁਤ ਹੀ ਅੱਜ ਸਾਡੇ ਸਾਥੀਆਂ ਨੇ ਚੱਕੇ ਨੇ, ਕਿਉਂਕਿ ਵੱਖ-ਵੱਖ ਪਿੰਡਾਂ ਤੋਂ ਆਏ ਨੇ ਔਰ ਪਿੰਡਾਂ 'ਚ ਜ਼ਿਆਦਾ ਲੋੜ ਹੈ ਡਿਵੈਲਪਮੈਂਟ ਦੀ, ਕਿਉਂਕਿ ਹੁਣ ਉਹ ਪਿੰਡਾਂ ਨੂੰ ਡਿਵੈਲਪਮੈਂਟ ਦੇ ਨਾਂ 'ਤੇ ਹੀ ਵਾਰਡਬੰਦੀ 'ਚ ਲੈ ਕੇ ਆਏ ਨੇ। ਸੋ ਉੱਥੇ ਵੀ ਜਿਹੜਾ ਮੇਅਰ ਸਾਹਿਬ ਨੇ ਔਰ ਕਮਿਸ਼ਨਰ ਸਾਹਿਬ ਮੈਮ ਨੇ ਦੱਸਿਆ ਕਿ ਜਿਹੜਾ ਇਹਦੇ ਲਈ ਸਾਨੂੰ ਬਜਟ ਦਿੱਤਾ ਗਿਆ ਹੈ 50 ਕਰੋੜ ਰੁਪਈਆ, ਉਹਦੇ ਵਿੱਚ ਅਸੀਂ ਸੀਵਰੇਜ ਔਰ ਪਾਣੀ ਦਾ ਕੰਮ ਉੱਥੇ ਸ਼ੁਰੂ ਕਰ ਚੁੱਕੇ ਹਾਂ ਔਰ ਬਾਕੀ ਦਾ ਕੰਮ ਐਡਮਿਨਿਸਟ੍ਰੇਸ਼ਨ ਉੱਥੇ ਕਰ ਰਹੀਆਂ ਨੇ। ਹੋਰ ਜਿਵੇਂ ਕੰਮ ਪ੍ਰੋਵੀਜ਼ਨ ਲੈ ਕੇ ਆਏ ਨੇ ਵੀ ਇਸ ਕੰਮ ਲਈ ਇੰਨੇ ਪੈਸੇ ਰੱਖੇ ਗਏ ਨੇ, ਇਸ ਕੰਮ ਲਈ ਇੰਨੇ ਪੈਸੇ ਰੱਖੇ ਗਏ ਨੇ, ਹੁਣ ਅੱਗੋਂ ਸਾਡੀ ਕਾਉਂਸਲਰਸ ਦੀ ਡਿਊਟੀ ਹੁੰਦੀ ਹੈ ਵੀ ਆਪਣੇ ਵਾਰਡ 'ਚ ਕਿਹੜਾ ਕੰਮ ਕਰਾਉਣਾ ਔਰ ਇੱਥੋਂ ਦੀ ਉਹ ਪੈਸੇ ਸੈਂਕਸ਼ਨ ਕਰਾਉਣਾ।